ਕੀਆਂ ਕਥਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾਰੁਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਸੋ ਹਿਰਦਾ ਸੁਹੇਲਾ ਜਿਸ ਹਿਰਦੈ ਤੂੰ ਉਠਾ, ਸਭਨਾ ਕੇ ਦਾਤਾਰਾ ਜੀਓ। ਸਹਿਬ ਇਕਬਾਤ ਸਹਿਬ ਬਰਕਤ ਰੋਸ਼ਨੇ ਚਿਰਾਗ ਮੁਰਸ਼ਦ ਕਾਮਲ ਨੂਰੇ ਨਜ਼ਰ ਬਰਦੋ ਆਲਮ ਸ਼ਾਹ ਸ਼ਾਹ ਸ਼ਹਿਨਸ਼ਾਹ ਵਾਲੀ ਦੋ ਜਹਾਨ ਸਰਵਰੇ ਕਾਇਨਾਤ ਮੁਜੱਸਮਾਏ ਆਬੇ ਹਯਾਤ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਦਾ ਸਦਕਾ ਜੋ ਆਪਾਂ ਗੁਰੂ ਕੀ ਬਾਣੀ ਗੁਰਬਚਨਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਅੱਜ ਆਪਾਂ ਜੋ ਪੋਹ ਦਾ ਮਹੀਨਾ ਆਰੰਭ ਹੋ ਰਿਹਾ ਹੈ ਔਰ ਸਤਿਗੁਰਾਂ ਨੇ ਇਸ ਪੋਹ ਦੇ ਮਹੀਨੇ ਦੇ ਰਾਹੀਂ ਜੋ ਉਪਦੇਸ਼ ਜੋ ਸਿੱਖਿਆ ਜੋ ਗਿਆਨ ਸਾਨੂੰ ਬਖਸ਼ਿਆ, ਜਿਸ ਨੂੰ ਅਸੀਂ ਸੰਗਰਾਂਦ ਦਾ ਦਿਹਾੜਾ ਵੀ ਕਹਿੰਦੇ ਹਾਂ, ਤੋ ਆਪਾਂ ਸਤਿਗੁਰਾਂ ਨੇ 12 ਮਾਹ ਦੀ ਬਾਣੀ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੋ ਸਾਨੂੰ ਇਸ ਮਹੀਨੇ ਨੂੰ ਵਸੀਲਾ ਬਣਾ ਕੇ ਸੋਝੀ ਦੇ ਰਹੇ ਆ। ਆਓ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹੱਕ ਰਾ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਪ੍ਰਥਮ ਆਪਾਂ ਇਸ ਮਹੀਨੇ ਦਾ ਮੂਲ ਪਾਠ ਜਿਹੜਾ ਆ ਉਹ ਸਰਵਣ ਕਰੀਏ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ, ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਹਿ ਨਾ ਸਕਈ, ਮਿਲ ਸਾਧੂ ਗੁਣ ਗਾਹੋ। ਜੈ ਤੇ ਉਪਜੀ ਤੈ ਮਿਲੀ, ਸੱਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ, ਬੌੜ ਨਾ ਵਿਛੜੀ ਆਹੋ। ਬਾਰ ਜਾਓ ਲਖ ਬੇਰੀਆਂ, ਹਰ ਸੱਜਣ ਅਗੰਮ ਅਗਾਹੋ। ਸਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਤੋ ਇਹ ਜੋ ਪੋਹ ਦਾ ਮਹੀਨਾ ਹੈ ਇਹ ਦੇਸੀ ਸਾਲ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਈ ਤਰਤੀਬ ਦੇ ਅਨੁਸਾਰ ਇਹ ਸਾਲ ਦਾ 10ਵਾਂ ਮਹੀਨਾ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਜੋ 12 ਮਾਹ ਦੀ ਬਾਣੀ ਹੈ ਉਹਦੇ ਵਿੱਚ ਆਈ ਤਰਤੀਬ ਮੁਤਾਬਕ ਕਿ 11ਵੇਂ ਪਦੇ ਵਿੱਚ ਮਹਾਰਾਜ ਨੇ ਦਰਜ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 12 ਮਾਹ ਦੀਆਂ ਬਾਣੀਆਂ ਨੇ। ਇੱਕ ਹੈ ਤੁਖਾਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ 12 ਮਾਹ, ਜਿਹੜਾ 1107 ਅੰਗ ਤੋਂ ਤੁਖਾਰੀ ਰਾਗ ਹੀ 12 ਮਾਹ ਤੋਂ ਸ਼ੁਰੂ ਹੁੰਦਾ। ਉਹਦੇ ਤੋਂ ਬਾਅਦ ਇਹ ਕਿਉਂਕਿ ਤੁਖਾਰੀ ਰਾਗ ਅੱਗੇ ਹੈ ਤਾਂ ਜੋ ਮਾਝ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ 12 ਮਾਹ ਹੈ।
ਉਹ ਮਾਝ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਿਆ ਆ। ਔਰ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 133। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਸ ਅੱਜ ਦਾ ਜਿਹੜਾ ਮਹੀਨਾ ਪੋਹ ਦਾ ਮਹੀਨਾ ਆ, ਇਹਦੇ ਰਾਹੀਂ, ਕਿਉਂਕਿ ਇੰਡੀਆ ਦੇ ਅੰਦਰ ਪੰਜਾਬ ਦੀ ਧਰਤੀ, ਉਹਨਾਂ ਇਲਾਕਿਆਂ ਨੂੰ ਜਦੋਂ ਆਪ ਜੀ ਦੇਖੋ ਤਾਂ ਰੁੱਤ ਦੇ ਮੁਤਾਬਕ ਇਹ ਪੋਹ ਦਾ ਮਹੀਨਾ ਜਿਹੜਾ ਉਹ ਸਭ ਨਾਲੋਂ ਜ਼ਿਆਦਾ ਸਰਦੀ ਦਾ ਮਹੀਨਾ ਹੈ। ਤੇ ਮਹਾਰਾਜ ਪਹਿਲਾ ਬਚਨ ਵੀ ਇੱਥੋਂ ਹੀ ਸ਼ੁਰੂ ਕਰਦੇ ਆ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ। ਤੁਖਾਰ ਕਹਿੰਦੇ ਆ ਕੱਕਰ ਨੂੰ, ਜਿਵੇਂ ਆਪਾਂ ਸਨੋ ਕਹਿੰਦੇ ਆ ਵੀ ਸਨੋ ਪੈ ਰਹੀ ਆ, ਤਾਂ ਸਨੋ ਪੈਂਦੀ ਹੈ ਤਾਂ ਉਹ ਆਪਾਂ ਨੂੰ ਦਿਸਦੀ ਹੈ ਦਰਖਤਾਂ ਦੇ ਉੱਤੇ ਵੀ, ਘਾਹ ਦੇ ਉੱਤੇ, ਗਰਾਸ ਦੇ ਉੱਤੇ ਵੀ ਪਈ ਹੋਈ। ਤੋ ਇੱਧਰ ਆਪਾਂ ਜਦੋਂ ਪੰਜਾਬ ਦੀ ਗੱਲ ਕਰਾਂਗੇ ਤਾਂ ਉੱਥੋਂ ਦੀ ਭਾਸ਼ਾ ਦੇ ਵਿੱਚ ਉਹਨੂੰ ਕੱਕਰ ਵੀ ਆਖਿਆ ਜਾਂਦਾ। ਬਹੁਤਾ ਪਾਲਾ ਜਿਹੜਾ ਹੈ ਤਾਂ ਉਹ ਘਾਹ ਦੇ ਉੱਤੇ ਜਦੋਂ ਸਵੇਰੇ ਉਹ ਦੇਖਦੇ ਉੱਠ ਕੇ ਤਾਂ ਸਨੋਹ ਦੇ ਰੂਪ ਦੇ ਵਿੱਚ ਜੋ ਡਿੱਗਾ ਹੁੰਦਾ, ਜੰਮਿਆ ਹੁੰਦਾ ਪਾਣੀ, ਜਿਹੜੀ ਉਸ ਆ ਤਰੇਲ ਆ, ਉਹ ਜੰਮ ਜਾਂਦੀ ਆ, ਤਾਂ ਉਹਨੂੰ ਕੋਰਾ ਵੀ ਕਹਿੰਦੇ ਆ, ਉਹਨੂੰ ਕੱਕਰ ਵੀ ਕਹਿੰਦੇ ਆ। ਤਾਂ ਉਹਦੇ ਲਈ ਸ਼ਬਦ ਵਰਤਿਆ ਤੁਖਾਰ। ਤੁਖਾਰ ਸ਼ਬਦ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਅਰਥਾਂ 'ਚ ਆਏਗਾ। ਇੱਕ ਤੁਖਾਰ ਦਾ ਅਰਥ ਹਾਥੀ ਵੀ ਹੁੰਦਾ, ਜਿਵੇਂ ਆਪਾਂ ਬਚਨ ਪੜਾਂਗੇ, ਤਾਜੀ ਰੱਥ ਤੁਖਾਰ ਹਾਥੀ ਪਾਖਰੇ। ਉੱਥੇ ਹੁਣ ਤੁਖਾਰ ਦਾ ਅਰਥ ਆ ਊਠ। ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਕਹਿੰਦੇ ਤਾਜੀ ਘੋੜੇ ਜਿਹੜੇ ਨੇ ਉਹਨਾਂ ਰੱਥ ਦੇ ਵਿੱਚ ਜੁੱਪੇ ਹੋਏ, ਔਰ ਤੁਖਾਰ ਊਠ, ਉੱਥੇ ਤੁਖਾਰ ਦਾ ਅਰਥ ਹੈ ਊਠ, ਹਾਥੀ ਨੇ, ਕਹਿੰਦੇ ਇਸ ਤਰ੍ਹਾਂ ਹੋਦਿਆਂ ਵਾਲੇ। ਤੋ ਇੱਕ ਤੁਖਾਰ ਦਾ ਅਰਥ ਆ ਕੱਕਰ, ਪਾਲਾ, ਠੰਡ, ਸਨੋ ਕਹਿ ਲਓ। ਇੱਕ ਤੁਖਾਰ ਦਾ ਅਰਥ ਆ ਊਠ। ਇੱਥੇ ਮਹਾਰਾਜ ਕਹਿੰਦੇ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ। ਨਾ ਕਹਿੰਦੇ ਆ ਖਸਮ ਨੂੰ, ਪਰਮੇਸ਼ਰ ਪ੍ਰਭੂ ਪਰਮਾਤਮਾ ਨੂੰ। ਕਹਿੰਦੇ ਜਿਹੜੇ ਉਸ ਮਾਲਕ ਦੇ ਗਲ ਨਾਲ ਲੱਗੇ, ਜਿਹੜੇ ਉਹਦੇ ਨਾਲ ਮਿਲੇ ਹੋਏ ਆ, ਉਹਨਾਂ ਨੂੰ ਇਹ ਤੁਖਾਰ, ਇਹ ਪਾਲਾ, ਇਹ ਕੱਕਰ ਵਿਆਪਦਾ ਨਹੀਂ। ਹੁਣ ਇਹਦੇ ਅਰਥ ਕੀ ਆ? ਬੈਰੂਨੀ ਤੌਰ 'ਤੇ ਤਾਂ ਜਿਹੜਾ ਸਾਡਾ ਸਰੀਰ ਆ, ਇਸ ਸਰੀਰ ਦੇ ਉੱਤੇ ਗਰਮੀ ਦਾ ਵੀ ਅਸਰ ਆ, ਇਹਦੇ ਉੱਤੇ ਸਰਦੀ ਦਾ ਵੀ ਅਸਰ ਆ। ਲੇਕਿਨ ਹੁਣ ਮਹਾਰਾਜ ਜਿਹੜਾ ਇਹ ਬਚਨ ਕਹਿ ਰਿਹਾ, ਇਹਦੇ ਦੋ ਅਰਥ ਆ। ਅਸਲ ਵਿੱਚ ਜਿਹੜਾ ਅੰਦਰੋਂ ਮਨੁੱਖ ਨਿਰਦੈਤਾ ਨਾਲ ਭਰ ਜਾਂਦਾ ਆ, ਕਠੋਰ ਹੋ ਜਾਂਦਾ, ਕਿਉਂਕਿ ਸਨੋ ਵੀ ਜਿਹੜੀ ਆ ਜਦੋਂ ਬਰਫ਼ ਦਾ ਰੂਪ ਧਾਰਨ ਕਰ ਜਾਂਦੀ, ਹੁਣ ਪਾਣੀ ਜਿਹੜਾ ਆ ਉਹ ਲਿਕੁਇਡ ਦੇ ਰੂਪ ਦੇ ਵਿੱਚ ਹੈ, ਤਾਂ ਉਹ ਚੱਲੇਗਾ, ਉਹਦੇ ਵਿੱਚ ਚੱਲਣਾ ਹੁੰਦਾ, ਸਫ਼ਰ ਹੁੰਦਾ ਆ। ਲੇਕਿਨ ਜੇ ਉਹ ਜੰਮ ਜਾਏ, ਉਹ ਜਦੋਂ ਫਰੀਜ਼ ਹੋ ਜਾਏ, ਉਹ ਬਰਫ਼ ਦਾ ਰੂਪ ਧਾਰਨ ਕਰ ਜਾਏ, ਤਾਂ ਬਰਫ਼ ਚੱਲ ਨਹੀਂ ਸਕਦੀ। ਇੱਕ ਚੱਲ ਨਹੀਂ ਸਕਦੀ, ਦੂਸਰਾ ਉਹ ਠੋਸ ਹੋ ਜਾਂਦੀ ਹੈ, ਹਾਰਡ ਹੋ ਜਾਂਦੀ ਹੈ, ਉਹਦੇ ਨਾਲ ਕੋਈ ਟਕਰਾਏਗਾ, ਸੱਟ ਵੀ ਲੱਗੇਗੀ, ਐਸਾ ਕੁਝ ਹੋਏਗਾ। ਤੋ ਇੱਥੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਕੋਰੇ ਹੋ, ਆਪਾਂ ਕਹਿੰਦੇ ਨਾ ਕਈ ਵਾਰੀ ਕੋਈ ਬੰਦਾ ਮਤਲਬ ਕਿਸੇ ਦੇ ਨਾਲ ਵਿਹਾਰ ਬਿਲਕੁਲ ਵੀ ਕਿਸੇ ਦੁੱਖ ਦਰਦ ਨੂੰ ਨਾ ਜਾਣਦਾ ਹੋਵੇ, ਐਸਾ ਕੁਝ ਅਸੀਂ ਕਹਿੰਦੇ ਬੜਾ ਕੋਰਾ ਕਰਾਰਾ ਆ। ਤਾਂ ਉਹ ਕੋਰਾ ਕਰਾਰਾ ਦਾ ਹੋਣ ਦਾ ਭਾਵ ਕੀ ਆ? ਬਈ ਇਹ ਬੰਦਾ ਅੰਦਰੋਂ ਸੁੱਕਿਆ ਹੋਇਆ। ਉੱਥੇ ਕੋਰੇ ਕਰਾਰੇ ਦਾ ਅਰਥ ਕੁਝ ਹੋਰ ਵੀ ਲੈਂਦੇ, ਲੇਕਿਨ ਇੱਥੇ ਕੋਰੇ ਦਾ ਅਰਥ ਹੈ ਬਈ ਜਿਵੇਂ ਆਪਾਂ ਕੋਰਾ ਉਹਨੂੰ ਵੀ ਕਹਿੰਦੇ ਜਿਸ ਘੜੇ ਨੂੰ ਅਜੇ ਪਾਣੀ ਨਾ ਲੱਗਾ ਹੋਵੇ, ਵੀ ਇਹ ਕੋਰਾ ਹੈ, ਇਹਨੂੰ ਪਾਣੀ ਤੱਕ ਨਹੀਂ ਛੋਇਆ, ਬਣਿਆ ਹੋਇਆ ਉਦੋਂ ਦਾ ਇਸ ਤਰ੍ਹਾਂ ਹੀ ਆ। ਤਾਂ ਇੱਥੇ ਜਿਹੜਾ ਪੋਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾਹੋ, ਉਹਨਾਂ ਨੂੰ ਅੰਦਰ ਦਾ ਕੋਰਾਪਣ, ਅੰਦਰ ਦੀ ਕਠੋਰਤਾ ਨਹੀਂ ਵਿਆਪਦੀ, ਕਿਉਂਕਿ ਦਇਆ ਤੋਂ ਬਗੈਰ ਮਨੁੱਖ ਧਰਮੀ ਨਹੀਂ ਹੋ ਸਕਦਾ। ਤੇ ਜਿਨ੍ਹਾਂ ਦੇ ਅੰਦਰ ਦਇਆ ਪੈਦਾ ਹੋਈ, ਦਇਆ ਮਾਂ ਹੈ, ਧਰਮ ਪੁੱਤਰ ਹੈ। ਤੇ ਜੇ ਮਾਂ ਹੀ ਨਹੀਂ ਤੇ ਪੁੱਤ ਕਿੱਥੋਂ ਪੈਦਾ ਹੋਊ? ਇਸੇ ਕਰਕੇ ਧਰਮੀ ਜੀਵਨ ਦੇ ਵਿੱਚ ਦਇਆ ਜਿਹੜੀ ਆ ਹੋਣੀ ਬਹੁਤ ਜ਼ਰੂਰੀ ਹੈ। ਤਾਂ ਮਹਾਰਾਜ ਕਹਿੰਦੇ ਜਿਹੜੇ ਉਹਦੇ ਗਲ ਨਾਲ ਲੱਗ ਗਏ, ਮਾਲਕ ਦੇ ਚਰਨਾਂ ਨਾਲ ਜੁੜ ਗਏ, ਉਹਦੇ ਗਲ ਵੱਖੜੀ ਵਿੱਚ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ, ਉਹਨਾਂ ਨੂੰ ਫਿਰ ਇਹ ਵਿਕਾਰਾਂ ਔਗਣਾਂ ਦੀ ਜਿਹੜਾ ਕੱਕਰ ਆ ਉਹ ਨਹੀਂ ਵਿਆਪਦਾ, ਉਹ ਕਠੋਰ ਨਹੀਂ, ਉਹ ਹਿਰਦੇ ਨਿਰਮਲ ਰਹਿੰਦੇ ਆ।
ਨਿਮਰਤਾ ਨਿਰਮਲਤਾਈ ਦੇ ਵਿੱਚ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ, ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ। ਮਨ ਵੇਦਿਆ, ਵੇਦਿਆ ਦਾ ਅਰਥ ਹੈ ਵਿੰਨਿਆ ਹੋਇਆ। ਚਰਨਾਰ ਬਿੰਦ ਸ਼ਬਦ ਜਿਹੜਾ ਹੈ ਚਰਨ ਅਰਬਿੰਦ, ਦੋ ਸ਼ਬਦਾਂ ਤੋਂ ਬਣਿਆ ਚਰਨਾਰ ਬਿੰਦ। ਅਰਬਿੰਦ ਕਹਿੰਦੇ ਆ ਕਮਲ ਵਰਗਾ ਜਿਹੜਾ ਫੁੱਲ ਆ ਉਹਦੀਆਂ ਪੰਖੜੀਆਂ ਨੂੰ, ਅਰਬਿੰਦ ਉਹਦੇ ਵਾਸਤੇ ਸ਼ਬਦ ਵਰਤਿਆ। ਕਮਲਾਂ ਵਰਗੇ ਸੋਹਣੇ ਚਰਨ। ਕਹਿੰਦੇ ਮਨ ਵੇਦਿਆ, ਜਿਨ੍ਹਾਂ ਦਾ ਮਨ ਵਿੰਨਿਆ ਗਿਆ ਉਸ ਮਾਲਕ ਦੇ ਚਰਨਾਂ ਕਮਲਾਂ ਦੇ ਨਾਲ, ਇਸ ਤਰ੍ਹਾਂ ਉਹ ਜੁੜ ਗਏ। ਦਰਸ਼ਨ ਲੱਗੜਾ ਸਾ, ਉਸ ਸ਼ਾਹਾਂ ਦੇ ਸ਼ਾਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਦੀ ਤਲਬ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਨੇ ਉਸ ਮਾਲਕ ਦਾ ਦੀਦਾਰ ਪਾਇਆ, ਉਹਦਾ ਦਰਸ਼ਨ ਪਾਇਆ, ਸਾਹਿਬ ਕਹਿੰਦੇ ਉਹਨਾਂ ਦਾ ਮਨ ਜਿਹੜਾ ਉਸ ਮਾਲਕ ਦੇ ਨਾਲ ਵਿੰਨਿਆ ਗਿਆ, ਪਰੋਤੇ ਗਏ ਉਹਦੇ ਨਾਮ ਦੇ ਨਾਲ। ਇਸ ਤਰ੍ਹਾਂ ਜਿਵੇਂ ਫੁੱਲ ਦੇ ਵਿੱਚ ਦੀ ਖੰਦੂਈ ਲੰਘਦੀ, ਧਾਗਾ ਲੰਘ ਜਾਂਦਾ ਤੇ ਉਹ ਮਾਲਾ ਦਾ ਹਿੱਸਾ ਬਣ ਜਾਂਦਾ। ਮਣਕੇ ਦੇ ਵਿੱਚ ਦੀ ਧਾਗਾ ਲੰਘਦਾ ਤੇ ਉਹ ਮਾਲਾ ਦਾ ਹਿੱਸਾ ਬਣ ਜਾਂਦਾ, ਫਿਰ ਉਹ ਉਹਦੇ ਨਾਲ ਪਰੋਇਆ ਹੋਇਆ ਆ। ਕਹਿੰਦੇ ਇਸ ਤਰ੍ਹਾਂ ਓਤ ਪੋਤ ਪਰੋਏ ਗਏ ਉਸ ਪਰਮੇਸ਼ਰ ਦੇ ਨਾਮ ਨਾਲ। ਕਹਿੰਦੇ ਹੁਣ ਉਹਨਾਂ ਨੂੰ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਉਹਨਾਂ ਨੂੰ ਉਹ ਸੱਚੇ ਗੋਪਾਲ ਦੀ, ਜਿਹੜਾ ਸਭ ਦਾ ਪ੍ਰਤਪਾਲਕ ਹੈ, ਉਸ ਗੋਬਿੰਦ ਦੀ ਜੋ ਸਭਨਾਂ ਦਾ ਆਸਰਾ ਹੈ, ਉਸ ਮਾਲਕ ਦਾ ਓਟ ਤੇ ਆਸਰਾ ਤੇ ਉਸ ਪਰਮੇਸ਼ਰ ਦੀ ਸੇਵਾ ਦਾ ਹੀ ਲਾਹਾ ਖੱਟਦੇ ਆ ਜੀਵਨ ਦੇ ਵਿੱਚ। ਸੇਵਾ ਸੁਆਮੀ ਲਾਹੋ। ਕਹਿੰਦੇ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾ। ਉਹ ਗੁਰੂ ਦੇ ਨਾਲ, ਗੁਰੂ ਕੀ ਸੰਗਤ ਵਿੱਚ ਜੁੜ ਕੇ, ਮਾਲਕ ਦੇ ਪਿਆਰਿਆਂ ਵਿੱਚ ਬੈਠ ਕੇ ਉਹਦੇ ਗੀਤ ਗਾਉਂਦੇ ਆ। ਉਹਨਾਂ ਨੂੰ ਵਿਕਾਰਾਂ ਦੀ ਜ਼ਹਿਰ ਜਿਹੜੀ ਫਿਰ ਪਹੁੰਚਦੀ ਨਹੀਂ, ਭਾਵ ਕਿ ਉਹ ਪ੍ਰਭਾਵਿਤ ਨਹੀਂ ਕਰਦੇ, ਉਹਦੇ ਅਸਰ ਥੱਲੇ ਨਹੀਂ ਆਉਂਦੇ। ਉਹ ਰੱਬ ਦੇ ਪਿਆਰੇ ਉਹਦੇ ਚਰਨਾਂ ਨਾਲ ਜੁੜੇ, ਉਹਦੀ ਇਬਾਦਤ, ਉਹਦੀ ਬੰਦਗੀ ਦੇ ਵਿੱਚ ਜੁੜੇ, ਉਸ ਮਾਲਕ ਨਾਲ ਇੱਕ ਹੋ ਗਏ। ਮਹਾਰਾਜ ਕਹਿੰਦੇ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ। ਜੈ ਤੇ ਉਪਜੀ, ਹੁਣ ਇਹ ਜਿਹੜਾ ਸ਼ਬਦ ਆ ਨਾ, ਜੈ ਤੇ ਉਪਜੀ ਤੈ ਮਿਲੀ, ਭਾਵ ਕਿ ਜਿਸ ਪਰਮੇਸ਼ਰ ਤੋਂ ਇਹ ਸ਼ੁਰੂਆਤ ਹੋਈ ਸੀ ਜੀਵਨ ਦੀ, ਜਿੱਥੋਂ ਉਪਜਿਆ, ਪੈਦਾ ਹੋਇਆ। ਬਾਬਾ ਕਬੀਰ ਜੀ ਇੱਕ ਵਚਨ ਕਹਿੰਦੇ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੁਰਾ ਪੁਜੈ ਨਾ ਰਤਨ ਕਰੋੜ। ਕਹਿੰਦੇ ਜਿੱਥੋਂ ਉਪਜਿਆ ਹੈ, ਜਿਵੇਂ ਦਾ ਨਿਰਮਲ, ਉਹੋ ਜਿਹਾ ਨਿਰਮਲ ਰਵੇ ਤੇ ਪਰਮੇਸ਼ਰ ਦਾ ਰੂਪ ਹੋ ਜਾਂਦਾ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ। ਉਹ ਸੱਚੇ ਦੀ ਪ੍ਰੀਤ ਦੇ ਵਿੱਚ ਸਮਾ ਗਿਆ ਉਹ ਜੀਵਨ, ਉਸ ਮਾਲਕ ਦੇ ਚਰਨਾਂ ਦਾ ਰੂਪ ਹੋ ਗਿਆ। ਉਹ ਜਿਸ ਮਾਲਕ ਤੋਂ, ਜਿਵੇਂ ਪਾਣੀ ਜਿਹੜਾ ਹੈ ਸਾਗਰ ਵਿੱਚੋਂ ਉੱਠਿਆ, ਬੱਦਲ ਦਾ ਰੂਪ ਬਣ ਕੇ ਆਕਾਸ਼ ਵਿੱਚ ਗਿਆ, ਮੀਂਹ ਬਣ ਕੇ ਵਰਿਆ, ਕਣੀਆਂ ਦਾ ਰੂਪ ਧਾਰਿਆ, ਫਿਰ ਨਦੀ ਵਿੱਚ ਮਿਲਿਆ, ਨਦੀ ਦੇ ਰਾਹੀਂ ਕਿੰਨਾ ਸਫ਼ਰ ਕਰਕੇ ਮੈਲਾ ਵੀ ਹੋਇਆ, ਚੰਗਾ ਵੀ ਹੋਇਆ, ਕਰਦਿਆਂ ਕਰਾਉਂਦਿਆਂ ਫਿਰ ਸਾਗਰ ਤੱਕ ਪਹੁੰਚ ਗਿਆ, ਸਾਗਰ ਦੇ ਵਿੱਚ ਫਿਰ ਮਿਲ ਗਿਆ, ਸਾਗਰ ਦਾ ਹੀ ਰੂਪ ਹੋ ਗਿਆ। ਉੱਥੋਂ ਹੀ ਉੱਠਿਆ ਸੀ, ਉੱਥੇ ਆਣ ਪਿਆ। ਇਸੇ ਤਰ੍ਹਾਂ ਅਸੀਂ ਵੀ ਜਿਤਨੇ ਜੀਵ ਹਾਂ, ਪਰਮੇਸ਼ਰ ਤੋਂ ਹੀ ਪੈਦਾ ਹੋਏ, ਬੜਾ ਸਫ਼ਰ ਕੀਤਾ ਕਈ ਜੂਨੀਆਂ ਦੇ ਵਿੱਚ, ਜਦੋਂ ਫਿਰ ਉਹਦੇ ਵਿੱਚ ਮਿਲ ਗਏ, ਉਹਦਾ ਹੀ ਰੂਪ ਹੋ ਗਏ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ। ਫਿਰ ਕਹਿੰਦੇ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ। ਕਰ ਦਾ ਅਰਥ ਹੁੰਦਾ ਹੱਥ, ਗਹਿ ਦਾ ਅਰਥ ਹੁੰਦਾ ਫੜਨਾ। ਕਹਿੰਦੇ ਜਿਨ੍ਹਾਂ ਨੂੰ ਮਾਲਕ ਨੇ, ਜਿਨ੍ਹਾਂ ਦਾ ਹੱਥ ਫੜ ਲਿਆ, ਜਿਨ੍ਹਾਂ ਨੂੰ ਹੱਥ ਪਕੜ ਕੇ ਉਹਨੇ ਆਪਣੇ ਬਣਾ ਲਿਆ, ਉਹਨਾਂ ਨੂੰ ਦੁਬਾਰਾ ਫਿਰ ਉਹ ਵਿਛੜਨ ਨਹੀਂ ਦਿੰਦਾ। ਜਿਨ੍ਹਾਂ ਦਾ ਇੱਕ ਵਾਰੀ ਹੱਥ ਫੜ ਲਿਆ ਨਾ, ਉਹਨਾਂ ਦਾ ਹੱਥ ਛੱਡਦਾ ਨਹੀਂ ਪਰਤ ਕੇ। ਜਿੱਦਣ ਬਾਬੇ ਮਰਦਾਨੇ ਨੂੰ ਪਕੜਿਆ ਨਾ ਕੌਡੇ ਰਾਖਸ਼ ਨੇ, ਤੇ ਭਾਈ ਬਾਲਾ ਜੀ ਕਹਿੰਦੇ ਜੀ ਰਹਿਣ ਦਿਓ, ਰੋਜ਼ ਰੁੱਸ ਜਾਂਦਾ ਹੈ। ਮਹਾਰਾਜ ਕਹਿੰਦੇ ਨਹੀਂ, ਅਸੀਂ ਜੀ ਦੀ ਬਾਂਹ ਪਕੜ ਲਈਏ ਨਾ ਇੱਕ ਵਾਰ, ਫਿਰ ਅਸੀਂ ਛੱਡ ਨਹੀਂ ਸਕਦੇ। ਉੱਥੇ ਸ਼ਬਦ ਲਿਖੇ ਨੇ, ਬਾਲਾ ਭੁਜਾ ਗਹਿ ਕੀ ਲਾਜਾ। ਜੇ ਭੁਜਾ ਕਹਿੰਦੇ ਬਾਂਹ ਨੂੰ, ਔਰ ਬਾਂਹ ਫੜਨ ਵਾਲਾ ਵੀ ਐਸਾ ਬਲਸ਼ਾਲੀ ਆ, ਕਿਸੇ ਕਮਜ਼ੋਰ ਨੂੰ ਬਾਂਹ ਫੜਾਓਗੇ ਛੱਡੀ ਜਾਏਗੀ। ਭੀੜ ਵਾਲੀਆਂ ਥਾਵਾਂ 'ਤੇ ਅਕਸਰ ਲੋਕ ਇੱਕ ਬਹੁਤ ਵੱਡੀ ਗਲਤੀ ਕਰਦੇ ਆ। ਬੱਚੇ ਨੂੰ ਆਖਣਗੇ ਘੁੱਟ ਕੇ ਮੇਰੀ ਉਂਗਲ ਫੜ ਲਾ,
ਤੇ ਬੱਚਾ ਜਦੋਂ ਉਂਗਲ ਫੜੇਗਾ, ਹੁਣ ਉਹਦੇ ਹੱਥ ਵਿੱਚ ਉਨੀ ਤਾਕਤ ਥੋੜ੍ਹੀ ਹੈ ਵੀ ਉਹ ਗ੍ਰਿਪ ਬਣਾ ਸਕੇ। ਧੱਕਾ ਵੱਜੇਗਾ, ਤੁਹਾਡੀ ਉਂਗਲ ਉਹਦੇ ਹੱਥ 'ਚੋਂ ਛੁੱਟ ਜਾਂਦੀ ਹੈ। ਲੇਕਿਨ ਜਦੋਂ ਤੁਸੀਂ ਖੁਦ ਉਹਦੇ ਹੱਥ ਨੂੰ ਪਕੜਿਆ ਹੋਏਗਾ ਨਾ ਆਪ, ਤਾਂ ਜਿਵੇਂ ਜਿਵੇਂ ਕੋਈ ਧੱਕਾ ਵੱਜੇਗਾ ਤੁਹਾਡੀ ਗ੍ਰਿਪ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਜਾਏਗੀ। ਪਰ ਜੇ ਬੱਚੇ ਨੇ ਫੜਿਆ ਫਿਰ ਉਹ ਤਾਂ ਛੱਡ ਜਾਏਗਾ, ਛੁੱਟ ਜਾਏਗਾ ਉਹਦੇ ਹੱਥੋਂ। ਇਸੇ ਕਰਕੇ ਉਸ ਮਾਲਕ ਨੇ ਜਿਨ੍ਹਾਂ ਦਾ ਹੱਥ ਫੜਿਆ, ਉਹ ਮਾਲਕ ਉਹ ਦਾਤਾ ਸਾਹਿਬ। ਫਿਰ ਗੁਰਬਾਣੀ ਵਿੱਚ ਇੱਕ ਬਚਨ ਕਹਿੰਦੇ, ਭੁਜ ਬਲ ਵੀਰ, ਜਿਹਦੀਆਂ ਭੁਜਾਵਾਂ ਵਿੱਚ ਬੜਾ ਵੱਡਾ ਬਲ। ਭੁਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਏ ਲਿਹੋ ਅੰਗੁਰੀਆ। ਸ਼ਬਦ ਨਾ ਸੁਰਤ ਨੈਣ ਸੁੰਦਰ, ਨਹੀਂ ਆਰਤ ਦੁਆਰ ਰਟਤ ਪਿੰਗੁਰੀਆ। ਦੀਨਾਨਾਥ ਅਨਾਥ ਕਰੁਣਾ ਮੈਂ ਸਾਜਨ, ਮੀਤ ਪਿਤਾ ਮਹਿਤਰੀਆ। ਚਰਨ ਕਮਲ ਹਿਰਦੈ ਗਏ ਨਾਨਕ, ਭੈ ਸਾਗਰ ਸੰਤ ਪਾਰ ਉਤਰੀਆ। ਉਹ ਜਿਹਦੀਆਂ ਭੁਜਾਵਾਂ ਵਿੱਚ ਬਲ ਹੈ, ਔਰ ਜਿਹਦੀ ਇੱਕ ਵਾਰੀ ਬਾਂਹ ਪਕੜ ਲੇ ਫਿਰ ਉਹ ਛੱਡਦਾ ਨਹੀਂ। ਸਖੀ ਵਸ ਆਇਆ ਫਿਰ ਛੋੜ ਨਾ ਜਾਈਏ, ਰੀਤ ਭਲੀ ਭਗਵੰਤ ਹੈ। ਕਹਿੰਦੇ ਕਰ ਗਏ ਲੀਨੀ ਪਾਰ ਬ੍ਰਹਮ, ਬੌੜ ਨਾ ਵਿਛੜਿਆਹੋ। ਕਹਿੰਦੇ ਫਿਰ ਬਾਹਰ ਜਾਉ ਲੱਖ ਬੇਰੀਆਂ, ਹਰ ਸੱਜਣ ਅਗੰਮ ਅਗਾਹੋ। ਮੈਂ ਉਹ ਸੱਜਣ ਪਿਆਰੇ ਵਾਹਿਗੁਰੂ ਪਰਮੇਸ਼ਰ ਤੋਂ ਬਾਹਰ ਜਾਵਾਂ, ਕੁਰਬਾਨ ਜਾਵਾਂ। ਔਰ ਕਿੰਨੀ ਵਾਰੀ? ਕਹਿੰਦੇ ਲੱਖ ਬੇਰੀਆਂ। ਵਾਰਣੈ ਬਲਿਹਾਰਣੈ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਕਹਿੰਦੇ ਲੱਖਾਂ ਵਾਰ ਬਲਿਹਾਰੀ ਗੁਰ ਆਪਣੇ, ਦਿਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਸੈਂਕੜੇ ਵਾਰ, ਲੱਖਾਂ ਵਾਰ ਕੁਰਬਾਨ ਜਾਵਾਂ। ਬਾਹਰ ਜਾਉ ਲੱਖ ਬੇਰੀਆਂ, ਹਰ ਸੱਜਣ ਅਗੰਮ ਅਗਾਹੋ। ਉਹ ਜਿਹੜਾ ਸੱਜਣ ਪਿਆਰਾ ਪ੍ਰਭੂ ਅਗੰਮ ਅਪਹੁੰਚ ਹੈ, ਅਗਾਧ ਬੋਧ ਹੈ, ਜਿਹਦਾ ਕੋਈ ਥਾਂ ਨਹੀਂ। ਹਰ ਸੱਜਣ ਅਗੰਮ ਅਗਾਹੋ। ਫਿਰ ਕਹਿੰਦੇ ਸ਼ਰਮ ਪਈ ਨਾਰਾਇਣ ਹੈ, ਨਾਨਕ ਦਰ ਪਈ ਆਹੋ। ਦਰ ਪਈ ਆਹੋ ਦਾ ਅਰਥ ਹੈ ਜਿਹੜੇ ਉਹਦੇ ਦਰ ਤੇ ਡਿੱਗ ਪਏ। ਜਦੋਂ ਅਸੀਂ ਢਹਿ ਪਏ ਉਹਦੇ ਦਰ ਤੇ ਡਿੱਗ ਪਏ, ਤੇ ਉਹ ਆਪਣੇ ਦਰ ਤੇ ਢੱਠਿਆਂ ਦੀ ਕਦਰ ਕਰਦਾ ਹੈ। ਉਹ ਮਾਲਕ ਸੱਚੇ ਪਾਤਸ਼ਾਹ ਇੱਜ਼ਤ ਰੱਖਦਾ। ਸ਼ਰਮ ਪਈ, ਇਸੇ ਕਰਕੇ ਸ਼ਰਮ ਸ਼ਬਦ ਜਿਹੜਾ ਹੈ ਉਹ ਇੱਜ਼ਤ ਦੇ ਰੂਪ ਦੇ ਵਿੱਚ ਵੀ ਆਇਆ ਹੈ। ਰੱਖੋ ਸ਼ਰਮ ਅਸਾੜੀ ਜੀਓ, ਮਾਲਕ ਜੀ ਤੂੰ ਹੀ ਰੱਖ ਸਾਡੀ ਇੱਜ਼ਤ। ਕਹਿੰਦੇ ਸ਼ਰਮ ਪਈ ਨਾਰਾਇਣ ਹੈ, ਨਾਨਕ ਦਰ ਪਈ ਆਹੋ। ਜਦੋਂ ਉਹਦੇ ਦਰ ਤੇ ਢਹਿ ਪਏ, ਡਿੱਗ ਪਏ, ਉਹਨੇ ਦਰ ਤੇ ਡਿੱਗਿਆਂ ਦੀ ਸਾਡੀ ਇੱਜ਼ਤ ਰੱਖ ਲਈ। ਐਸਾ ਦਿਆਲ ਹੈ ਉਹ ਮਾਲਕ, ਐਸਾ ਕਿਰਪਾਲ ਹੈ। ਪਰ ਉਹਦੇ ਦਰ ਤੇ ਕੋਈ ਢਹਿ ਪਵੇ ਸਹੀ। ਮਹਾਰਾਜ ਕਹਿੰਦੇ ਜਿੱਦਣ ਕੋਈ ਢਹਿ ਪੈਂਦਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਦ ਸੁਆਮੀ ਸੰਦਾ। ਮਹਾਰਾਜ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਇਹੋ ਹੀ ਬਚਨ ਬਾਬਾ ਅਮਰਦਾਸ ਜੀ ਨੂੰ ਆਖਿਆ ਸੀ। ਜਦੋਂ ਉਹਨਾਂ ਆਖਿਆ ਨਾ ਵੀ 12ਵੇਂ ਸਾਲ ਵਿੱਚ ਅਖੀਰਲੇ ਦਿਨ ਵੀ ਮੈਂ ਗਾਗਰ ਲੈ ਕੇ ਡਿੱਗ ਪਿਆ ਸੀ। ਲੇਟ ਕਿਉਂ ਹੋਏ ਭਾਈ? ਕਹਿੰਦੇ ਡਿੱਗ ਪਏ ਸੀ। ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਵਾਂ, ਤੂੰ ਡਿੱਗ ਪਿਆ ਸੈਂ। ਕਿਉਂਕਿ ਡਿੱਗਣਾ ਹੀ ਤਾਂ ਔਖਾ ਹੈ। ਮਾਲਕ ਤਾਂ, ਗੁਰੂ ਤਾਂ ਉਡੀਕ ਕਰਦਾ ਵੀ ਕਿੱਦਣ ਤੂੰ ਡਿੱਗੇ ਹੋਵੇਂ ਹੰਕਾਰ ਚੋਂ ਥੱਲੇ ਆ ਜਾਏ ਤੇ ਮੈਂ ਤੈਨੂੰ ਚੁੱਕ ਕੇ ਗਲ ਨਾ ਲਾਵਾਂ। ਕਿਉਂਕਿ ਉਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਤੇ ਜਿੱਦਣ ਕੋਈ ਉਹਦੇ ਦਰ ਤੇ, ਔਰ ਇਹ ਵੀ ਦੋ ਚੀਜ਼ਾਂ ਸਮਝਣਾ, ਪਰਮੇਸ਼ਰ ਦੇ ਗੁਰੂ ਦੇ ਦਰ ਤੇ ਡਿੱਗੀਏ ਤਾਂ ਕਦਰ ਪੈਂਦੀ ਹੈ। ਦੁਨਿਆਵੀ ਮਨੁੱਖ ਦੇ ਚਰਨਾਂ ਤੇ ਡਿੱਗੋਗੇ ਤਾਂ ਬੇਕਦਰੀ ਹੋਏਗੀ, ਅਗਲਾ ਠੁੱਡਾ ਮਾਰੇਗਾ, ਕਦਰ ਗਵਾਚੇਗੀ। ਅਕਸਰ ਐਸਾ ਕੁਝ ਹੁੰਦਾ। ਪਰ ਇਸ ਮਾਲਕ ਦੇ ਦਰ ਤੇ ਤਾਂ ਜਿੰਨਾ ਸਾਹਿਬ ਕਹਿੰਦੇ ਨਿਵ ਜਾਏਗਾ, ਨਿਵੇਂਗਾ, ਓਡਾ ਹੀ ਵੱਡਾ ਫਲ ਜਿਹੜਾ ਉਹ ਤੈਨੂੰ ਪ੍ਰਾਪਤ ਹੋਏਗਾ। ਔਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਸੀ ਬਾਬੇ ਮਰਦਾਨੇ ਨੂੰ ਕਿ ਝਰਨੇ ਦਾ ਜਲ ਜਿੰਨਾ ਥੱਲੇ ਡਿੱਗਦਾ ਹੈ ਫੁਹਾਰੇ ਦਾ, ਓਨਾ ਹੀ ਉੱਚਾ ਜਾਂਦਾ ਹੈ। ਜਿੰਨਾ ਡੂੰਘਾ ਹੈ ਓਨਾ ਹੀ ਉੱਚਾ ਜਾਂਦਾ ਹੈ। ਮਹਾਰਾਜ ਕਹਿੰਦੇ ਸ਼ਰਮ ਪਈ ਨਾਰਾਇਣ ਹੈ, ਨਾਨਕ ਦਰ ਪਈ ਆਹੋ। ਜਦੋਂ ਉਹਦੇ ਦਰ ਤੇ ਢਹਿ ਪਏ, ਡਿੱਗ ਪਏ, ਤਾਂ ਉਸ ਮਾਲਕ ਨੇ ਦਰ ਤੇ ਡਿੱਗਿਆਂ ਦੀ ਇੱਜ਼ਤ ਰੱਖ ਲਈ। ਉਹਨੇ ਘੁੱਟ ਕੇ ਗਲ ਨਾ ਲਾ ਲਿਆ। ਐਸੀ ਮੇਰਾਮਤ ਕਰ ਦਿੱਤੀ, ਐਸੀ ਬਖਸ਼ਿਸ਼ ਕਰ ਦਿੱਤੀ, ਐਸੀ ਕਿਰਪਾ ਕਰ ਦਿੱਤੀ। ਤੇ ਮਹਾਰਾਜ ਫਿਰ ਕਹਿੰਦੇ ਆ, ਪੋਖ ਸੁਹੰਦਾ ਸਰਬ ਸੁਖ। ਹੁਣ ਅਖੀਰਲੀ ਪੰਕਤੀ ਕਹਿੰਦੇ ਇਸ ਮਹੀਨੇ ਦੀ, ਕਹਿੰਦੇ ਜਿਹੜਾ ਪੋਹ ਦਾ ਮਹੀਨਾ ਆ,
ਇਹਦੇ ਵਿੱਚ ਸਾਰੇ ਹੀ ਸੁੱਖ ਆ। ਕਿਹਨੂੰ? ਉਹਨਾਂ ਵਾਸਤੇ ਸੁਹਾਵਣਾ, ਉਹਨਾਂ ਨੂੰ ਸਾਰੇ ਹੀ ਸੁੱਖ ਆ ਜਿਸ ਬਖਸ਼ੇ ਵੇ ਪਰਵਾਹ। ਕਹਿੰਦੇ ਉਹ ਪਰਮੇਸ਼ਰ ਜਿਹਨੂੰ ਕਿਸੇ ਦੀ ਪਰਵਾਹ ਨਹੀਂ ਹੈ, ਉਹ ਜਿਹਨੂੰ ਬਖਸ਼ ਲਵੇ, ਜਿਹਦੇ ਉੱਤੇ ਕਿਰਪਾ ਕਰ ਦਵੇ, ਕਹਿੰਦੇ ਉਹਨਾਂ ਵਾਸਤੇ ਸੁਹਾਵਣਾ ਹੋ ਜਾਂਦਾ, ਸੁੱਖਾਂ ਵਾਲਾ ਹੋ ਜਾਂਦਾ। ਔਰ ਗੁਰੂ ਕੇ ਪਿਆਰਿਓ, ਜਿੱਥੇ ਜਿੱਥੇ ਵੀ ਆ ਬੈਠੇ ਹੋ, ਇਹ ਪੋਹ ਦਾ ਮਹੀਨਾ, ਇਹਦਾ ਖਾਸ ਕਰਕੇ ਪਹਿਲੇ ਹਫਤੇ ਤੋਂ ਹੀ, ਕਿਉਂਕਿ 7-8 ਪੋਹ ਦੀ ਜਿਹੜੀ ਦਰਮਿਆਨੀ ਰਾਤ ਜਦੋਂ ਅਸੀਂ ਇਸ ਨੂੰ ਵੇਖਾਂਗੇ ਇਹ ਕਿਸ ਤਰ੍ਹਾਂ ਗੁਜ਼ਰਦੀ ਆ, ਔਰ ਫਿਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੜਨਾ, ਆਨੰਦਪੁਰ ਸਾਹਿਬ ਦਾ ਤਿਆਗਣਾ, ਇਹ ਸਾਰਾ ਕੁਝ ਇਸੇ ਪੋਹ ਦੇ ਮਹੀਨੇ ਦੇ ਪਹਿਲੇ ਹਫਤੇ ਵਿੱਚ ਗੁਜ਼ਰਦਾ ਹੈ। ਉਹਦੇ ਤੋਂ ਬਾਅਦ ਫਿਰ ਅਸੀਂ ਅੱਗੇ 13 ਪੋਹ ਨੂੰ ਜਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਔਰ ਇਹ ਉਹ ਦਿਨ ਨੇ ਜਿੱਦਣ ਸਤਿਗੁਰਾਂ ਦਾ ਪਰਿਵਾਰ ਆਨੰਦਪੁਰ ਸਾਹਿਬ ਨੂੰ ਛੱਡਦਾ ਹੈ। ਸਰਸਾ ਤੇ ਵਿਛੋੜੇ ਹੁੰਦੇ ਆ। ਵੱਡੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਮਾਤਾ ਗੁਜਰੀ ਜੀ, ਅਨੇਕਾਂ ਗੁਰੂ ਕੇ ਪਿਆਰੇ ਗੁਰਸਿੱਖਾਂ ਦੀਆਂ ਸ਼ਹਾਦਤਾਂ, ਇਹ ਇਤਿਹਾਸ ਵੀ ਆਪਾਂ ਸਾਂਝਾ ਕਰਾਂਗੇ। ਔਰ ਇਹਨਾਂ ਦਿਨਾਂ ਵਿੱਚ ਇਹ ਜੋ ਮਹੀਨਾ ਆਰੰਭ ਹੋਇਆ ਹੈ, ਅਸੀਂ ਕਿਤੇ ਮਹਿਸੂਸ ਕਰ ਸਕੀਏ ਅਸੀਂ ਉਹਨਾਂ ਦੇ ਵਾਰਸ ਹਾਂ। ਗੁਰਸਿੱਖੀ ਬਾਣੀ ਬਾਣੇ ਦੇ ਨਾਲ ਜੁੜੀਏ, ਗੁਰੂ ਕੀਆਂ ਅਸੀਸਾਂ ਦੇ ਪਾਤਰ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਆਂ ਕਥਾ ਕਹਾਣੀਆਂ